दोस्तों सब तो पहले तो मैं अपना ना फोन स्विच ऑफ किया हुआ ना कई पर्सन इतना दे सीगे मैं स्विच ऑफ करता अपनी इंट्रोडक्शन अपनी गल तो पहले थोड़ी दो चार गल्लां तुहानूं करूंगा कि जिहड़ा फोन है ना ये बनिया सी सिर्फ गल्लां मारन वास्ते उस तो बाद इहदे च फिल्मां आउण लग गईयां फिर गेमां भी आउण लग गईयां पहलां भी आउंदी सी गेमां आउण लग गईयां फिर इहदे च बहुत सारे इदां दे फंक्शन आ गए जिन्हां ने सानूं दित्ता कुछ नहीं लै बहुत कुछ गए लेकिन ये जिहड़ी हैगा ये ATM है ये चों डॉलर निकलदे आ ਜਿਹੜੇ ਮੈਡਮ ਦੱਸੇ ਸਰ ਦੱਸ ਰਹੇ ਸੀ ਜਿਹੜੀ ਕ੍ਰਿਪਟੋ ਕਰੰਸੀ ਉਹ ਵੀ ਇੱਥੇ ਚੱਲਦੀ ਹੈ ਇਹ ਚੋਂ ਡਾਲਰਸ ਆਉਂਦੇ ਆ ਅਗਰ ਮੈਂ ਆਪਣੀ ਗੱਲ ਕਰਾਂ ਤਾਂ ਡੇਲੀ ਦਾ 5 ਤੋਂ 6 ਲੱਖ ਰੁਪਏ ਕਈ ਵਾਰ ਪਲੱਸ ਵੀ ਹੁੰਦਾ 5 ਤੋਂ 6 ਲੱਖ ਰੁਪਏ ਡੇਲੀ ਦੇ ਚੋਂ ਨਿਕਲਦਾ ਦੋ ਚੀਜ਼ਾਂ ਨੇ ਫਾਰਮੂਲਾ ਦੱਸਦਾ ਜ਼ਿੰਦਗੀ 'ਚ ਕਾਮਯਾਬ ਹੋ ਜਾਓਗੇ ਵੈਸੇ ਮੈਂ ਕੋਈ ਏਡਾ ਵੱਡਾ ਬੰਦਾ ਤਾਂ ਹੈ ਨਹੀਂਗਾ ਕਿਉਂਕਿ ਘਰ ਦੇ ਲੋਕੀ ਦੌੜ ਬਰਾਬਰ ਕਹਿੰਦੇ ਤੁਹਾਡੇ ਸ਼ਹਿਰ ਦਾ ਇੰਨਾ ਕੁ ਸ਼ਹਿਰ ਵੀ ਲੋਕ ਨਹੀਂ ਕਰਦੇ ਇੱਕ ਤਾਂ ਇਹਨੂੰ ਮੈਨੇਜ ਕਰਨਾ ਸਿੱਖ ਲਿਓ ਕਿਦੋਂ ਕਿਦੋਂ ਕੰਮ ਲੈਣਾ ਕਿਹੜਾ ਕੰਮ ਲੈਣਾ ਕਿਵੇਂ ਕੰਮ ਲੈਣਾ ਕਦੋਂ ਇਹ ਸੁਣਨਾ ਕਦੋਂ ਨਹੀਂ ਸੁਣਨਾ ਇਹਨੂੰ ਬੰਦ ਵੀ ਰੱਖਿਓ ਇਹਦੀ ਜਿਹੜੀ ਬੈਟਰੀ ਹੈ ਵਿਚਾਰੀ ਨੂੰ ਸਾਹ ਮਿਲੂਗਾ ਅਗਰ ਦਿਨ ਦੇ ਵਿੱਚ ਤੁਸੀਂ 15 10 ਮਿੰਟ ਨੂੰ 4-5 ਵਾਰ ਕਰੋਗੇ ਇਹਦੀ ਲਾਈਫ ਬਣ ਜੂਗੀ ਇਹ ਤੇ ਬਹੁਤ ਵੱਡਾ ਆਸਾਨ ਹੋਏਗਾ ਕਿਉਂਕਿ ਤੁਹਾਡੇ ਤੇ ਬਹੁਤ ਵੱਡਾ ਆਸਾਨ ਕਰ ਰਿਹਾ ਤੁਹਾਡੇ ਪਰਿਵਾਰਾਂ ਤੇ ਬਹੁਤ ਵੱਡਾ ਆਸਾਨ ਕਰ ਰਿਹਾ ਤੁਹਾਡੀ ਕਮਿਊਨਿਟੀ ਤੇ ਬਹੁਤ ਵੱਡਾ ਆਸਾਨ ਕਰ ਰਿਹਾ ਹੈ ਇੱਕ ਤਾਂ ਇਹਨੂੰ ਸਿਰਫ ਨੂੰ ਚੁੱਪ ਕਰ ਲਿਓ ਵੀ ਕਿਦੋਂ ਇਹ ਤੋਂ ਕੀ ਕੰਮ ਲੈਣਾਗਾ ਔਰ ਦੂਜਾ ਅਗਰ ਮੈਂ ਕਰ ਸਕਦਾ ਤਾਂ ਤੁਸੀਂ ਕਿਉਂ ਨਹੀਂ ਕਰ ਸਕਦੇ एक एटीट्यूड अपने च लेके आ जाओ अगर मैं कर सकदा तो तुसी क्यों नहीं कर सकते जिद्दां मीतर दे विच असीं दाखला लेता सीगा कोई एक उदां दी कॉलोनी सीगी कि दस्सिया गया सी भी ये कॉलोनी है ਇਹਦੀ ਰਜਿਸਟਰੀ ਹੋ ਕੇ ਉਸ ਤੋਂ ਬਾਅਦ ਆਪਾਂ ਬਾਉਂਡਰੀ ਵਾਲ ਮਾਰਾਂਗੇ 3-4 ਮਹੀਨਿਆਂ ਬਾਅਦ ਫਿਰ ਆਪਾਂ ਪਲਾਟ ਕੱਟਾਂਗੇ ਫਿਰ ਉਸ ਤੋਂ ਬਾਅਦ ਪਾਰਕ ਬਣਨਗੇ ਇੱਥੇ ਡਿਸਪੈਂਸਰੀ ਬਣਾਵਾਂਗੇ ਇੱਥੇ ਮਾਰਕੀਟ ਬਣੂਗੀ ਦੱਸਿਆ ਗਿਆ ਸੀ ਲੋਕ ਦੱਸਦੇ ਆ ਔਰ ਜਿੱਦਾਂ ਅਸੀਂ ਦਾਖਲਾ ਲੈਤਾ ਸੀਗਾ ਉਦੋਂ ਅਸੀਂ ਉਹ ਬੱਚੇ ਸੀਗੇ ਜਿਨ੍ਹਾਂ ਕੋਲੇ ਬੈਠਣ ਨੂੰ ਬੈਂਚ ਵੀ ਨਹੀਂ ਸੀਗਾ ਟੇਬਲ ਵੀ ਨਹੀਂ ਸੀਗਾ ਅਸੀਂ ਤੱਪੜਾਂ ਦੇ ਪੜੇ ਆ ਕਹਿਣ ਦਾ ਮਤਲਬ ਜਦੋਂ ਮੀਟਰ ਸਟਾਰਟ ਹੋਈ ਸੀ ਲੇਕਿਨ ਸਾਨੂੰ ਪਤਾ ਸੀਗਾ ਸਾਡਾ ਮੈਸੇਜ ਵੀ ਪਾਇਆ ਜਿਹੜੇ ਲੋਕ ਮੇਰੇ ਨਾਲ ਅਟੈਚ ਨੇ ਉੱਥੇ ਉਹਨਾਂ ਕੋਲ ਮੈਸੇਜ ਪਹੁੰਚ ਗਿਆ ਹੋਊਗਾ ਅਸੀਂ ਉਹ ਵਿਜ਼ਨਰੀ ਲੋਕ ਸੀ ਸਾਨੂੰ ਦੇਖ ਗਿਆ ਸੀਗਾ ਕਿ ਉਹ ਸਾਹਮਣੇ ਮੰਜ਼ਿਲ ਦਿਖ ਰਹੀ ਹੈ ਔਰ ਸਾਡੇ ਕੋਲੇ ਤੱਪੜ ਸੀਗੇ ਅਸੀਂ ਤੱਪੜਾਂ 'ਤੇ ਬੈਠ ਕੇ ਪੜੇ ਸੀ ਲੇਕਿਨ ਤੁਹਾਡੇ ਵਾਸਤੇ ਹੁਣ ਇੱਕ ਬਹੁਤ ਵਧੀਆ ਬਿਲਡਿੰਗ ਬਣ ਚੁੱਕੀ ਹੈ ਤੁਹਾਡੇ ਵਾਸਤੇ ਇੱਕ ਬਹੁਤ ਏਸੀ ਵਧੀਆ ਰੂਮ ਬਣ ਗਏ ਬਹੁਤ ਇਕਵਿਪਮੈਂਟਸ ਆ ਗਏ ਨੇ ਤੁਹਾਡੇ ਕੋਲੇ ਉਹ ਗੱਡੀਆਂ ਆ ਗਈਆਂ ਨੇ ਜਿਹੜੀਆਂ ਤੁਹਾਨੂੰ ਘਰਾਂ ਤੋਂ ਲੈ ਕੇ ਆਉਂਦੀਆਂ ਘਰਾਂ ਤੋਂ ਛੱਡ ਕੇ ਆਉਂਦੀਆਂ ਆਪਣੀਆਂ ਗੱਡੀਆਂ ਨੇ ਲੋਕਾਂ ਨੇ 3-3 ਮਹੀਨਿਆਂ ਦੇ ਵਿੱਚ ਇੱਥੋਂ ਲਗਜ਼ਰੀ ਗੱਡੀਆਂ ਕੱਢ ਲਈਆਂ ਨੇ ਮੈਂ ਹਮੇਸ਼ਾ ਬੋਲਦਾ 90% ਕੀ 95% ਹਿੰਦੁਸਤਾਨ ਸਾਡੇ ਉਹ ਲੋਕਾਂ ਦਾ ਇੱਕ ਸੁਪਨਾ ਹੁੰਦਾ ਸੈਕੰਡ ਹੈਂਡ ਆਲਟੋ ਕਿ ਸੈਕੰਡ ਹੈਂਡ ਆਲਟੋ ਹੀ ਆ ਜਾਏ ਉਹ ਸੁਪਨਾ ਹੀ ਰਹਿ ਜਾਂਦਾ ਇੱਥੇ 3-3 ਮਹੀਨਿਆਂ ਦੇ ਵਿੱਚ ਲਗਜ਼ਰੀ ਗੱਡੀਆਂ ਫੁੱਲ ਪੇਡ ਲੋਕਾਂ ਨੇ ਕੱਢ ਲਈਆਂ ਤੇ ਉਹ ਯੂਨੀਵਰਸਿਟੀ ਬਣ ਚੁੱਕੀ ਹੈ ਤੁਹਾਡੇ ਲਈ ਕਿ ਜਿੱਥੇ ਤੁਸੀਂ ਬਹੁਤ ਜਲਦੀ ਸਾਥੋਂ ਵੀ ਪਹਿਲਾਂ ਰਾਈਜ਼ ਕਰ ਸਕਦੇ ਹੋ ਕਿਉਂਕਿ ਜਦੋਂ ਅਸੀਂ ਸੀਗੇ ਉਦੋਂ ਇਦਾਂ ਦੀ ਕੋਈ ਮੀਟਿੰਗਸ ਨਹੀਂ ਹੁੰਦੀ ਸੀ ਸਾਨੂੰ ਕੋਈ ਦੱਸਣ ਵਾਲਾ ਨਹੀਂ ਸੀਗਾ ਜਿੱਦਾਂ ਕਿ ਧਾਰੀਵਾਲ ਸਾਹਿਬ ਨੇ ਦੱਸਿਆ ਕਿ ਮੈਂ ਖੁਦ ਸਰਚ ਕੀਤਾ ਇਹਨਾਂ ਨੇ ਮੇਰੇ ਨਾਲ ਤਾਂ 20 ਮਿੰਟ ਗੱਲ ਕੀਤੀ ਸੀ ਤਾਂ ਸੋ ਮੈਡਮ ਨੂੰ ਇੰਨੀ ਨੌਲੇਜ ਨਹੀਂ ਸੀਗੀ ਉਹਦੇ ਬਾਰੇ ਸਟਾਰਟਿੰਗ ਕਿਉਂਕਿ ਕ੍ਰਿਪਟੋ ਬਾਰੇ ਜ਼ਿਆਦਾ ਨੌਲੇਜ ਹੈ ਹੀ ਨਹੀਂ ਹੈ ਆਪਣਾ ਪ੍ਰੋਫੈਸਰ ਆਪਣੇ ਬੈਠੇ ਨੇ ਸਾਡੇ ਬੈਠੇ ਨੇ ਮਾਸਟਰ ਜੀ ਬੈਠੇ ਨੇਗੇ ਸਰ ਜਿਹੜੀ BA ਕਰ ਰਹੇ ਆ MA ਕਰ ਰਹੇ ਆ MBBS ਹੋ ਰਹੀ ਹੈ ਕੋਈ ਲਾਅ ਹੋ ਰਿਹਾ ਉਹ ਘੱਟੋ ਘੱਟ 100 ਸਾਲਾਂ ਤੋਂ ਹੋ ਰਿਹਾ ਗਲਤੀ ਵੀ ਕਰਕੇ ਇਸ ਤੋਂ ਪਹਿਲਾਂ ਵੀ ਪੜ੍ਹਦੇ ਸੀਗੇ ਲੇਕਿਨ ਕ੍ਰਿਪਟੋ ਦਾ ਸਟਾਰਟ ਹੀ ਸਿਰਫ 2009 ਚ ਹੋਈ ਹੈ ਔਰ ਪਤਾ ਲੱਗਣ ਲੱਗਿਆ ਲੋਕਾਂ ਨੂੰ 2017 ਦੇ ਵਿੱਚ ਜਦੋਂ ਆਪਾਂ ਅਸੀਂ ਪਿੰਡ ਵਾਲੇ ਹੈਗੇ ਆ ਕਿ ਜਿਹੜੀ ਜਨ ਅੰਗਰੇਜ਼ੀ ਹੈ ਉਹ ਸ਼ੁਰੂ ਹੀ ਤਾਂ 6 ਸਾਲਾਂ ਬਾਅਦ ਹੁੰਦੀ ਹੈ 6ਵੀਂ ਜਾ ਕੇ ਸ਼ੁਰੂ ਹੁੰਦੀ ਹੈ ਔਰ 6 ਸਾਲਾਂ ਬਾਅਦ ਸਾਨੂੰ ਸਮਝਣੀ ਸ਼ੁਰੂ ਹੁੰਦੀ ਹੈ 12 ਸਾਲ ਲੱਗ ਜਾਂਦੇ ਆ ਤੇ ਜਿਹੜੀ ਕ੍ਰਿਪਟੋ ਸਟਾਰਟ ਹੀ 2009 ਦੇ ਵਿੱਚ ਹੋਈ ਹੈ ਔਰ 2009 ਤੋਂ ਬਾਅਦ 2017 ਦੇ ਵਿੱਚ ਉਹ ਪਪੂਲਰ ਹੋਈ ਕਿਦਾਂ ਜਿੱਦਾਂ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਐਲਨ ਮਸਕ ਨੇ 1.5 ਖਰਬ ਦੇ ਖਰੀਦੇ ਉਹਨੇ ਅਨਾਉਂਸ ਕਰਤਾ ਕਿ ਕੋਈ ਵੀ ਇੱਕ ਬਿਟਕੋਇਨ ਲੈ ਕੇ ਆਓ ਮੇਰੇ ਕੋਲ ਟੈਸਲਾ ਦੀ ਇੱਕ ਗੱਡੀ ਲੈ ਜਾਓ ਉਦੋਂ ਦੁਨੀਆ ਨੂੰ ਪਤਾ ਲੱਗਣ ਲੱਗ ਗਿਆ ਕਿ ਟੈਕਸ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਇੱਕ ਕੋਈ ਚੀਜ਼ ਹੈਗੀ ਹੈ ਜਿਹੜੀ ਕਹਿੰਦਾ ਵੀ ਮੇਰੇ ਕੋਲ ਲੈ ਕੇ ਆ ਜਾਓ ਤੇ ਉਹ ਲੈ ਲਓ ਤੇ ਲੋਕਾਂ ਨੇ ਵੀ ਸਰਚ ਕਰਨਾ ਸ਼ੁਰੂ ਕੀਤਾ ਉਸੇ ਹਿਸਾਬ ਦੇ ਨਾਲ ਮੈਂ ਤੁਹਾਨੂੰ ਦੱਸਦਾ ਵਾਂ ਆਪਣਾ ਜਿਹੜਾ M-Coin ਆ ਉਹਦੇ ਬਾਰੇ ਬਾਅਦ ਗੱਲ ਕਰਦੇ ਆ ਅੱਜ ਮੈਂ ਕੋਈ ਪਲਾਨ ਨਹੀਂ ਦਊਂਗਾ ਪਲਾਨ ਸਾਡੇ ਖੁਸ਼ਹਾਲ ਜੀ ਬੈਠਿਆ ਸਾਡਾ ਬਹੁਤ ਟੈਕਨੀਕਲ ਸਾਡਾ ਬੱਚਾ ਹੈਗਾ ਤੁਹਾਡੇ ਬਾਰੇ ਉਹ ਕਰੇਗਾ ਮੈਂ ਤੁਹਾਨੂੰ ਵੈਸੇ ਜਨਰਲੀ ਗੱਲਾਂ ਕਰਾਂਗਾ ਉਹ ਕੰਪਨੀ ਬਾਰੇ ਵੀ ਗੱਲਾਂ ਕਰਾਂਗਾ ਜਿੱਦਾਂ ਕਿ ਇਸ ਟਾਈਮ ਦੇ ਉੱਤੇ ਤੁਸੀਂ ਹਿੰਦੁਸਤਾਨ ਦੇ ਵਿੱਚ ਜਾਓ ਕਿਸੇ ਵੀ ਕਰੰਸੀ ਦਾ ਕੋਈ ਵੀ ਯੂਜ਼ ਕੇਸ ਨਹੀਂ ਹੈ ਈਵਨ ਬਿਟਕੋਇਨ ਲੈ ਕੇ ਜਾਓ ਉਹ ਬੈਠੇ ਨੇ ਭਾਜੀ ਗਾਂਧੀ ਸਵੀਟਸ ਵਾਲੇ ਅਗਰ ਮੈਂ ਇਹਨਾਂ ਨੂੰ ਕਹਿੰਦਾ ਮੈਂ ਤੁਹਾਨੂੰ ਬਿਟਕੋਇਨ ਜਾਂ ਇਦਾਂ ਦੇਣਾ ਕੋਈ ਨਹੀਂ ਲੈਣੀ ਕੁਝ ਨਹੀਂ ਕਰਨਗੇ ਲੇਕਿਨ M-Coin ਦੇ ਨਾਲ 25 ਤੇ 26 ਨੂੰ ਤੁਸੀਂ ਲੁਧਿਆਣੇ 'ਚ ਦੇਖਿਆ ਕਿ ਲੋਕ 골ਡ ਤੇ 골ਡ ਜੁਐਲਰੀ ਖਰੀਦ ਰਹੇ ਆ ਰਾਜ ਜੁਐਲਰ ਨੇ ਤੁਸੀਂ ਜਾਓ ਉੱਥੇ ਔਰ ਆਪਣੀ 골ਡ ਇਹ ਨਹੀਂ ਕੱਲੀ ਡਾਇਮੰਡ ਜੁਐਲਰੀ ਕਿਉਂਕਿ ਡਾਇਮੰਡ ਜੁਐਲਰੀ ਤਾਂ ਬਹੁਤ ਹੁੰਦੀ ਹੈ ਉਹ ਬੜੇ ਲੋਚੇ ਹੁੰਦੇ ਸਸਤੇ ਹੁੰਦੀ ਹੈ ਤੁਸੀਂ 골ਡ ਵੀ ਖਰੀਦ ਸਕਦੇ ਹੋ 24 ਕੈਰਟ ਜਿਹੜਾ ਹੈਗਾ ਹੌਲਮਾਰਕ ਔਰ ਤੁਸੀਂ M-Coin ਦੇ ਨਾਲ ਲੋਕਾਂ ਨੇ ਖਰੀਦੇ ਤੁਸੀਂ ਡਾਇਮੰਡ ਜੁਐਲਰੀ ਵੀ ਖਰੀਦ ਸਕਦੇ ਹੋ ਤੁਸੀਂ ਬਿਗ ਬਾਈਟ ਤੇ ਜਾ ਕੇ ਗਰੋਸਰੀ ਵੀ ਖਰੀਦ ਸਕਦੇ ਹੋ ਤੁਸੀਂ ਬਿਗ ਬਾਈਟ ਤੇ ਜਾ ਕੇ ਉਹ ਆਰਗੇਨਿਕ ਜਿਹੜੀਆਂ ਚੀਜ਼ਾਂ ਸਵੀਟਸ ਖਰੀਦ ਸਕਦੇ ਹੋ ਲੋਕ ਇਹਨੂੰ ਐਕਸੈਪਟ ਕਰ ਰਹੇ ਨੇਗੇ ਤੁਸੀਂ ਬੁਲਟ ਦਾ ਨਾਰਥ ਇੰਡੀਆ 'ਚ ਕੋਈ ਮੋਟਰਸਾਈਕਲ ਲੈਣਾ ਉੱਥੇ ਐਕਸੈਪਟ ਕਰੂਗਾ ਉਹ ਔਰ ਕੋਈ ਵੀ ਗੱਡੀ ਲੈਣੀ ਹੈ ਤੁਸੀਂ ਮਹਿੰਦਰਾ ਦੀ ਗੱਡੀ
ਉਹ ਤੁਸੀਂ ਐਮਕੋਇਨ ਦੋ ਲਏਗਾ। ਸਾਡੇ ਸੰਧੂ ਸਾਹਿਬ ਨੇ ਕੋਠੀ ਲੈਣ ਗਏ, ਜਦੋਂ ਕੋਠੀ ਲੈਣ ਗਏ, ਉਹ ਕੋਠੀ ਦਾ ਕੀਮਤ 1 ਕਰੋੜ 25 ਲੱਖ। ਬੰਦਾ 1 ਕਰੋੜ ਕੋਠੀ 25 ਲੈਣ ਕੋਠੀ ਲੈਣ ਜਾ ਰਿਹਾ। ਕਿਹੜਾ ਬੰਦਾ? ਜਿਹੜਾ ਆਰਮੀ 'ਚ ਜੌਬ ਕਰਦਾ, ਆਰਮੀ 'ਚ ਜੌਬ ਕਰਦਾ, ਜਦੋਂ ਰਿਟਾਇਰ ਹੋ ਕੇ ਆਉਂਦਾ ਉਹ 1.5 ਕਰੋੜ ਸਵਾ ਕਰੋੜ ਦੀ ਕੋਠੀ ਬਾਰੇ ਨਹੀਂ ਸੋਚਦਾ। 1.5 ਕਰੋੜ ਦੀ ਕੋਠੀ ਹੋਏ ਲੇਗਾ ਜਿਹਦੇ ਕੋਲ ਘੱਟੋ ਘੱਟ 4-5 ਕਰੋੜ ਰੁਪਏ ਹੋਏਗਾ। ਅੱਜ ਮੈਂ ਮੰਨ ਕੇ ਚਲੋ 50 ਲੱਖ ਦੀ ਮੈਂ ਗੱਡੀ ਲੈ ਰਿਹਾ, ਜੇ ਮੇਰੀ ਜੇਬ ਦੇ ਵਿੱਚ 2.5-3 ਕਰੋੜ 5 ਕਰੋੜ ਹੋਊਗਾ, ਮੈਂ ਤਾਂ ਹੀ 50 ਲੱਖ ਦੀ ਲਊਂਗਾ। ਜੇ ਮੇਰੀ ਜੇਬ 'ਚ ਹੋਊਗਾ ਹੀ 50 ਲੱਖ, ਤਾਂ 5 ਲੱਖ ਵਾਲੀ 10 ਲੱਖ ਵਾਲੀ ਦੇਖਾਂਗਾ। ਕਿਉਂ? 1.25 ਕਰੋੜ ਦੀ ਕੋਠੀ ਲੈਣ ਗਿਆ, ਕਿਉਂਕਿ ਜਦੋਂ ਉਹਨਾਂ ਨੇ ਰਿਟਾਇਰਮੈਂਟ ਹੋਣਾਗਾ ਉਹਨਾਂ ਨੂੰ 30-35 ਲੱਖ ਮਿਲੂਗਾ, ਔਰ ਜਿਹੜੀ ਪੈਨਸ਼ਨ ਹੈ ਉਹਨਾਂ ਦੀ ਅਪਰੋਕਸੀਮੇਟਲੀ 30,000-35,000 ਹੋਣੀ, ਜਿਸ ਲੈਵਲ ਤੇ ਸੁਪਰਵਾਈਜ਼ਰ ਐਮਐਸ 'ਚ ਹੈਗੇ। ਉਹ ਬੰਦੇ ਆਪੇ ਸੋਚ ਸਕਦੇ ਤੁਸੀਂ ਕਿ ਬੰਦਾ 1.25 ਕਰੋੜ ਦੀ ਕੋਠੀ ਲੈਣ ਗਿਆ ਤੇ ਕੋਠੀ ਵਾਲੇ ਨੇ ਉਹਨੂੰ ਕੀ ਕਿਹਾ? ਕਹਿੰਦਾ ਸਾਹਿਬ ਮੈਂ ਕੋਠੀ ਤੁਹਾਨੂੰ ਦੇ ਦੂੰਗਾ, 50% ਤਾਂ ਮੈਂ ਲਊਂਗਾ ਕੈਸ਼ ਦੇ ਵਿੱਚ, 75 ਜਿਹੜਾ 65 ਲੱਖ ਜੋ ਵੀ ਪੈਂਦਾ, ਔਰ ਬਾਕੀ ਤੁਹਾਨੂੰ ਮੈਨੂੰ 50% ਦੇ ਐਮਕੋਇਨ ਦੇਣੇ ਪੈਣਗੇ। ਕਹਿੰਦਾ ਮੈਨੂੰ ਐਮਕੋਇਨ ਦੋ, ਜੂਜ਼ ਹੈ, ਲੋਕਾਂ ਨੇ ਸਮਝੇ ਨਹੀਂਗਾ। ਬਹੁਤ ਸਾਰੇ ਲੋਕ ਇੱਥੇ ਬੈਠੇ ਹੈਗੇ ਆ, ਅਸੀਂ ਕੀ ਕਰਦੇ ਹੈਗੇ ਆ, ਸਿਆਣਪ ਸਾਡੀ ਡਿੱਕੇ ਆ ਜਾਂਦੀ ਹੈ, ਅਸੀਂ ਬਹੁਤ ਜ਼ਿਆਦਾ ਸਿਆਣੇ ਬਣ ਜਾਂਦੇ ਆ, ਗਲਤੀ ਕਰ ਜਾਂਦੇ ਆ, ਬਹੁਤ ਵੱਡੀ ਗਲਤੀ ਕਰ ਲਈ, ਬਲੈਂਡਰ ਮਿਸਟੇਕ ਕਰ ਲਈ। ਜਿੱਦਣ ਰੇਟ ਸੀਗਾ 8 ਸੈਂਟ ਦਾ, ਜਿੱਦਣ ਸਟਾਰਟ ਹੋਇਆ ਸੀ, ਇੱਕ ਲੱਖ ਫ੍ਰੀ ਮਿਲ ਰਿਹਾ ਸੀ, 4 ਸੈਂਟ ਦਾ ਮਿਲ ਰਿਹਾ ਸੀ। ਮੈਂ ਹੁਣੀ ਵਾਇਸ ਮੈਸੇਜ ਵੀ ਕਿਹਾਗਾ, 5400 ਦੇ ਵਿੱਚ 5430 ਦੀ ਰਜਿਸਟ੍ਰੇਸ਼ਨ, 5400 ਡਾਲਰ ਦਾ ਪੈਕੇਜ, ਉਹਦੇ ਨਾਲ ਕਿੰਨੇ ਮਿਲੇ ਸੀ? 1,08,602। ਤੇ ਕੱਲ ਕਿੰਨੇ ਮਿਲੇ? 10,001। 1,08,602, ਉਹਦੇ ਵਿੱਚੋਂ ਕਿੰਨਾ ਹੋ ਗਿਆ? 98,602 ਘਟ ਗਏ। ਅੱਜ ਮੋਟਾ ਮੋਟੀ 100 ਰੁਪਏ ਦਾ ਰੇਟ ਲਾ ਲਓ ਤਾਂ 98 ਲੱਖ ਪਲੱਸ 1 ਕਰੋੜ ਰੁਪਏ ਦਾ ਲਾਸ ਹੋ ਗਿਆ। ਆਉਣ ਵਾਲੇ ਟਾਈਮ 'ਚ ਕੀ ਹੋਏਗਾ? 5400, ਮੈਂ ਕਹਿੰਦਾ ਬਿਟਕੋਇਨ ਦਾ ਰੇਟ 54 ਲੱਖ ਜਾਏਗਾ ਮੈਕਸਿਮਮ। ਆਲ ਟਾਈਮ ਹਾਈ ਇਹਨੇ 54 ਲੱਖ ਲਾਗਾ। ਮੈਂ 54 ਲੱਖ ਦੀ ਗੱਲ ਨਹੀਂ ਕਰਦਾ, ਮੈਂ ਸਿਰਫ 5400 ਡਾਲਰ ਦੀ ਗੱਲ ਕਰਦਾ। ਬਿਟਕੋਇਨ ਦਾ ਜਿਹੜਾ ਰੇਟ ਹੈ ਬਹੁਤ ਥੋੜੇ ਟਾਈਮ ਦੇ ਵਿੱਚ 5400 ਡਾਲਰ ਦੇ ਸੌਰੀ ਐਮਕੋਇਨ ਦਾ ਰੇਟ 5400 ਲੱਗ ਗਿਆ। ਔਰ ਤੁਹਾਨੂੰ ਕਿੰਨੇ ਮਿਲਣਗੇ? ਸਿਰਫ ਇੱਕ। ਜਿਹੜੀ ਚੀਜ਼ ਆਸਾਨੀ ਨਾਲ ਮਿਲ ਜਾਂਦੀ ਹੈ, ਜਿਹੜੀ ਚੀਜ਼ ਈਜ਼ੀਲੀ ਮਿਲ ਜਾਂਦੀ ਹੈ, ਉਸ ਚੀਜ਼ ਦੀ ਕਦਰ ਨਹੀਂ ਹੁੰਦੀ, ਉਸ ਚੀਜ਼ ਦੀ ਵੈਲਿਊ ਨਹੀਂ ਹੁੰਦੀ। ਅਸੀਂ ਮਿਰਜ਼ਾ ਸਾਹਿਬਾ, ਸਸਤੀ ਪੱਲੂ, ਹੀਰ ਰਾਂਝਾ ਇਹਨਾਂ ਸਾਰਿਆਂ ਨੂੰ ਕਿਉਂ ਯਾਦ ਕਰਦੇ ਹਾਂ? ਹੁਣ ਤੱਕ ਦੁਨੀਆ ਯਾਦ ਕਰਦੀ ਆ ਰਹੀ ਹੈ, ਕਿਉਂਕਿ 14 ਸਾਲਾਂ ਤੋਂ ਬਾਅਦ, ਜਾਨਾਂ ਮਾਰਨ ਤੋਂ ਬਾਅਦ ਫਿਰ ਵੀ ਕਿਸੇ ਨੂੰ ਮਿਲਿਆ ਨਹੀਂ, ਮਿਲਿਆ ਆਪਣਾ ਪਿਆਰ ਨਹੀਂ ਮਿਲਿਆ। ਇੱਥੇ ਮੇਰੇ ਆ ਕਿਤੇ ਫੇਸਬੁੱਕ ਦੇ ਉੱਤੇ 10 ਗਰਲਫ੍ਰੈਂਡਾਂ, 10 ਗਾਂ ਫਾਰਵਰਡ, ਉਸ ਫੇਸਬੁੱਕ ਤੇ ਫਰੈਂਡਸ਼ਿਪ ਦਾ ਸਤਿ ਸ੍ਰੀ ਅਕਾਲ, ਕੋਈ ਵੈਲਿਊ ਨਹੀਂ ਉਹਦੀ, ਕੋਈ ਕਦਰ ਕੀਮਤ ਨਹੀਂ ਹੈ। ਅਹਿਸਾਸ ਚੀਜ਼ ਦਾ ਉਦੋਂ ਹੁੰਦਾ ਹੈਗਾ ਜਦੋਂ ਚੀਜ਼ ਸਾਡੇ ਕੋਲੇ ਨਹੀਂ ਹੁੰਦੀ। ਰਿਸ਼ਤਿਆਂ ਦੀ ਕਦਰ ਸਾਨੂੰ ਉਦੋਂ ਪਤਾ ਲੱਗਦੀ ਹੈ ਜਦੋਂ ਰਿਸ਼ਤੇ ਸਾਡੇ ਨਹੀਂ ਰਹਿੰਦੇ। ਪੈਸੇ ਦੀ ਕੀਮਤ ਸਾਨੂੰ ਉਦੋਂ ਪਤਾ ਲੱਗਦੀ ਹੈ ਜਦੋਂ ਪੈਸਾ ਸਾਡੇ ਕੋਲ ਨਹੀਂ ਹੈਗਾ। ਜਦੋਂ ਜਿਹੜੀ ਚੀਜ਼ ਸਟਾਰਟਿੰਗ ਜ਼ਿਆਦਾ ਮਿਲ ਗਈ ਉਦੋਂ ਫਿਰ ਕੋਈ ਚੱਕਰ ਨਹੀਂ। ਬਹੁਤ ਸਾਰੇ ਲੋਕਾਂ ਨੂੰ ਅਸੀਂ ਕਿਹਾ, ਕਾਲ ਵੀ ਕੀਤੀ ਹੋਣੀ ਹੈ, ਅਸੀਂ ਇਹਨਾਂ ਨੂੰ ਦੱਸਿਆ ਸੀਗਾ ਕਿ ਸਾਡਾ ਜਿਹੜਾ 60-70 ਦਾ ਉਹ ਕਰਨਾਗਾ, ਚੇਅਰਸ ਕਰਕੇ ਰੱਖਣਾ, ਲੇਕਿਨ ਲੋਕਾਂ ਨੇ ਐਕਸਕਿਊਜ਼ ਯਾਰੇ ਬਹੁਤ ਜ਼ਰੂਰੀ ਕੰਮ ਆ ਜੀ, ਉਹ ਮੇਰੇ ਤੋਂ ਯਾਦ ਹੀ ਨਹੀਂ ਰਿਹਾ। ਡੈਫੀਨਿਟਲੀ ਮੈਂ ਕਹਿੰਦਾ ਬਿਲਕੁਲ ਪ੍ਰਮਾਤਮਾ ਨਾ ਯਾਦ ਆਉਂਦਾ ਤੁਹਾਡੇ, ਮੈਂ ਬਿਲਕੁਲ ਕਹਿਣਾ ਚਾਹੁੰਦਾ ਤਰੀਕੇ ਨਾਲ, ਜਿਵੇਂ ਗੁਰੂ ਨਾਨਕ ਦੇਵ ਜੀ ਕਹਿੰਦੇ ਸੀਗੇ, ਜਿਹੜੇ ਚੰਗੇ ਬੰਦੇ ਸੀ ਉਹਨਾਂ ਕਹਿੰਦੇ ਉੱਜੜ ਜੋ ਸਪਰੈਡ ਉਹ ਫੈਲੋ ਜਾ ਕੇ ਤੁਹਾਨੂੰ ਸਿਖਾ ਰਹੇ ਆ। ਹਾਲਾਂਕਿ ਮੈਨੂੰ ਤੁਹਾਡੇ ਇੱਕ ਪੈਸਾ ਨਹੀਂ ਆਣਾ, 18 ਲੈਵਲ ਦਾ ਪਲਾਨ ਹੈ, ਤੁਸੀਂ ਸਾਰੇ ਜਿਹੜੇ ਹੈਗੇ ਮੇਰੇ 18 ਲੈਵਲ ਤੋਂ ਬਾਅਦ ਵਾਲੇ ਨੇ ਹੋ। ਮੈਂ ਦੱਸਾਂ ਮੈਨੂੰ ਤੁਹਾਡੇ ਇੱਕ ਪੈਸਾ ਨਹੀਂ ਆਣਾ, ਮੈਂ ਫਿਰ ਵੀ ਆਪਣਾ ਟਾਈਮ ਪੈਸਾ ਖਰਚ ਕਰ ਰਿਹਾ। ਔਰ 5 ਵਜੇ ਮੇਰੀ ਮੀਟਿੰਗ ਹੈ ਇੱਕ ਬਹੁਤ ਵੱਡੇ ਪੁਲਿਸ ਅਫਸਰ ਨਾਲ, ਤੁਸੀਂ ਸਾਰੇ ਜਾਣਦੇ ਹੋ, ਮੈਂ ਨਾਂ ਨਹੀਂ ਲਊਂਗਾ, ADCP ਨੇ ਫੋਨ ਆ ਕੇ ਕਿਹਾ ਵੀ ਕਿੰਨੇ ਵਜੇ? ਮੈਂ ਕਿਹਾ ਸਰ ਮੈਂ 5:30 ਦਾ ਪਹੁੰਚ ਜਾਊਗਾ ਚੰਡੀਗੜ੍ਹ। ਕਹਿੰਦੇ ਲੇਟ ਹੋ ਜਾਵਾਂ, ਕੋਈ ਗੱਲ ਨਹੀਂ, ਸ਼ਾਮ ਤੁਹਾਡੇ ਵਾਸਤੇ ਸਾਰੀ ਬਸ ਕਰਕੇ, ਠੀਕ ਹੈ। ਬਹੁਤ ਸਾਰੇ ਲੋਕ, ਬਹੁਤ ਸਾਰੀ ਦੁਨੀਆ ਨਾਲ ਹੈ, ਮੈਨੂੰ ਇੱਕ ਪੈਸਾ ਵੀ ਨਹੀਂ ਆਣਾ, ਮੈਂ ਫਿਰ ਵੀ ਉਹ ਕਰ ਰਿਹਾਗਾ। ਲੇਕਿਨ ਉਹ ਪਤਾ ਮੈਂ ਕੀ ਕਹਿ ਕਈਆਂ ਨੇ, ਉਹ ਅੱਜ ਤੱਕ ਚਲੋ ਛੱਡੋ, ਕੋਈ ਨਹੀਂ ਜੀ, ਜਿੱਦਣ ਕਿਤੇ ਤੁਸੀਂ ਫੇਰ ਦਾ ਉਦੋਂ ਦੱਸਿਓ। ਫੇਰ ਨਹੀਂ ਮਿਲੇਗਾ ਦੋਸਤੋ, ਫੇਰ ਨਹੀਂ ਆਏਗੀ। ਆਪਾਂ ਹੁਣ ਗੱਲ ਕਰਦੇ ਹੈਗੇ ਆ ਜਿਹਦੇ ਬਾਰੇ ਆਪਾਂ ਜੁੜੇ ਸੀਗੇ, ਕ੍ਰਿਪਟੋ ਕਰੰਸੀ ਬਾਰੇ। ਸਾਡੇ ਪੈਰਾਮੀਟਰ ਸੈੱਟ ਹੋਏ ਨੇ, ਉਹ ਪੈਰਾਮੀਟਰ ਸਾਨੂੰ ਤੋੜਨੇ ਪੈਣਗੇ। ਖਾਸ ਕਰਕੇ ਸਾਡੇ ਬਜ਼ੁਰਗਾਂ ਨੇ ਨੁਕਸਾਨ ਕੀਤਾ ਬਹੁਤ ਵੱਡਾ, ਸਾਡੀ ਜ਼ਿੰਦਗੀ ਦਾ ਬਹੁਤ ਵੱਡਾ ਨੁਕਸਾਨ ਕਰਤਾ। ਜਿਵੇਂ ਕਹਿੰਦੇ ਫੁੱਲਾਂ ਨਾਲ ਕੰਡੇ ਹੁੰਦੇ ਨਾ, ਅਸੀਂ ਕਦਰ ਕਰਦੇ ਹਾਂ, ਬਜ਼ੁਰਗਾਂ ਦੀ ਕਦਰ ਕਰਦੇ ਹਾਂ, ਮਾਂ ਪਿਓ ਸਭ ਦੀ ਕਦਰ ਕਰਦੇ ਹਾਂ, ਲੇਕਿਨ ਫੁੱਲ ਦੇ ਨਾਲ ਕੰਡੇ ਵੀ ਹੁੰਦੇ ਆ। ਉਹਨਾਂ ਨੇ ਉਹ ਕੰਡੇ ਸਾਡੇ ਕੀ ਬੀਜਤੇ? ਸਾਡੇ ਲਈ ਕੰਡੇ ਵੀ ਤੇ ਸਾਡੇ ਪੈਰਾਮੀਟਰ ਸੈੱਟ ਕਰਤੇ। ਕਹਾਵਤਾਂ ਬਣੀਆਂ ਸੀਗੀਆਂ ਨਾ। ਅੱਜ ਮੈਂ ਕਹਿੰਦਾ ਕਿ ਛੋਟਾ ਜਿਹਾ ਰਾਈਟਰ ਦਾ ਮੈਂ, ਭਗਵੰਤ ਮਾਨ ਜੀ ਬੜਾ ਮੈਟਰ ਮੇਰਾ ਬੋਲਿਆ ਉਹਨਾਂ ਨੇ ਕਰਕੇ, ਠੀਕ ਹੈ। ਆਪਣੇ ਬਾਰੇ ਪਹਿਲਾਂ ਦੱਸ ਹੀ ਦਵਾਂ, ਹੁਣ ਬਹੁਤ ਸਾਰੇ ਲੋਕ ਮੇਰੇ ਗੁਆਂਢੀ ਹੈਗੇ ਨੇ। ਮੈਂ ਬੀਟੈਕ MBA ਕੀਤੀ ਹੈ, ਮੈਂ KV ਚੋਂ ਕੇਂਦਰੀ ਵਿਦਿਆਲਿਆ ਚੋਂ ਪੜ੍ਹਿਆ ਹੈਗਾ, 10th ਮੈਂ ਉੱਥੇ ਕੀਤੀ ਹੈਗੀ ਹੈ। ਉਸ ਤੋਂ ਬਾਅਦ RC ਜਲੰਧਰ ਤੋਂ ਮੈਂ ਬੀਟੈਕ ਟੈਕਸਟਾਈਲ ਦੀ ਕੀਤੀ, ਔਰ ਟਰਾਈਡੈਂਟ ਦਾ ਜਿਹੜਾ ਪਹਿਲਾ ਪਰਚੇਜ਼ ਕੋਆਰਡੀਨੇਟਰ ਸੀਗਾ ਮੈਂ ਸੀਗਾ, ਔਰ ਟਰਾਈਡੈਂਟ ਦਾ ਟਰਾਵਲ ਜੂਨਟ ਮੈਂ ਬਣਵਾਇਆ ਸੀਗਾ, ਠੀਕ ਹੈ। ਇੱਥੋਂ ਮੈਂ ਸਟਾਰਟ ਕਰਕੇ ਚਲਾ ਗਿਆ ਸੀਗਾ। ਅਪਰੋਕਸੀਮੇਟਲੀ ਮੈਂ ਕਈ ਕੰਟਰੀਆਂ ਦੇ ਵਿੱਚ ਭੰਗੜਾ ਪਾਇਆ, ਪ੍ਰੋਫੈਸ਼ਨਲ ਸੀ ਭੰਗੜਾ ਸੀਗੇ ਜਦੋਂ ਅਸੀਂ ਬੀਟੈਕ ਕਰਦੇ ਸੀਗੇ। ਕਪਲ ਸ਼ਰਮਾ ਜਿਹਨੂੰ ਤੁਸੀਂ ਸਾਰੇ ਜਾਣਦੇ ਹੋ, ਕਪਲ ਸ਼ਰਮਾ ਤੇ ਸਭ ਚੀਮਾਂ ਸਾਡੇ ਪਿੱਛੇ ਕਿਹੜੇ ਬੋਲੀਆਂ ਪਾਉਂਦੇ ਸੀ, ਔਰ 500 ਰੁਪਏ ਦਿੰਦਾ ਸੀ, ਦਿੰਦੇ ਸੀ। ਮੇਰਾ ਗੁਆਂਢੀ ਹੈ ਬਿਲਕੁਲ, ਮੇਰਾ ਭਾਂਜਾ ਲੱਗਦਾਗਾ ਬਿਲਕੁਲ ਨਾਲ ਕਾਂਜੀ ਆ। ਉਹ ਪਿੰਦਰ ਬੈਠਾ ਕਿੱਥੇ ਆ, ਉਹ ਵੇਸ਼ ਕਿੱਥੇ ਬੈਠਾਗਾ, ਉਹ ਬੈਠਾਗਾ ਇੱਕ ਮੇਰੇ ਘਰ ਦੇ ਨਾਲ, ਇੱਕ ਪਾਸੇ ਇੱਕ ਪਾਸੇ ਨਾਲ ਦਿੰਦੇ, ਦੋਨੇ ਕਰਕੇ, ਠੀਕ ਹੈ। ਉਸ ਤੋਂ ਬਾਅਦ ਕੀ ਹੋਇਆ ਕਿ ਮੈਂ ਜੋ ਦੇਖਿਆ, ਮੈਂ ਨੌਕਰੀ ਸਟਾਰਟ ਕੀਤੀ ਸੀ ਦੋਸਤੋ 3500 ਰੁਪਏ ਤੇ,
ਔਰ ਬਰਨਾਲੇ ਸ਼ਹਿਰ ਦਾ ਬੰਦਾ ਸੀ ਜਿਹਨੇ ਕਈ ਵਾਰ ਮੈਂ ਪਹਿਲ ਕੀਤੀ ਸੀ। ਕੇਵੀ ਦੇ ਵਿੱਚੋਂ ਸਭ ਤੋਂ ਪਹਿਲਾਂ ਜਿਹੜਾ +2 ਦਾ ਬੈਚ ਨਿਕਲਿਆ ਸੀ, ਸਭ ਤੋਂ ਪਹਿਲਾਂ ਮੈਂ ਬੰਦਾ ਸੀਗਾ ਜਿਹੜਾ ਪਹਿਲਾ +2 ਦਾ ਬੈਚ ਨਿਕਲਿਆ ਸੀ ਕੇਂਦਰੀ ਵਿਦਿਆਲਿਆ। ਚਲੋ 10th ਹੁੰਦੀ ਸੀਗੀ, ਜਿਹੜਾ ਨੂਰ ਹਸਪੀਟਲ ਆ ਤੁਹਾਡਾ ਡਾਕਟਰ ਰਵਿੰਦਰ ਹੈਗਾ ਉਹ 10ਵੀਂ ਤੱਕ ਸਾਡੇ ਨਾਲ ਸੀਗੇ, ਉਹ ਉੱਪਰ ਛੱਡ ਕੇ ਬਾਅਦ ਚ ਉਹ ਦੂਜੇ ਸਕੂਲਾਂ ਚਲੇ ਗਏ ਸੀ। ਅਸੀਂ +2 ਪਹਿਲਾਂ ਮੈਂ ਸੀਗਾ, ਪਹਿਲਾ ਬੱਚਾ ਮੈਂ ਸੀਗਾ ਜਿਹੜਾ ਟੈਕਸਟਾਈਲ ਦੀ ਬੀਟੈਕ ਇੱਥੇ ਕਰਕੇ ਆਇਆ ਸੀਗਾ। ਪਹਿਲਾ ਹੀ ਬੱਚਾ ਮੈਂ ਸੀਗਾ ਜਿਹੜਾ ਟ੍ਰਾਈਡੈਂਟ ਦਾ ਪਹਿਲਾ ਪਰਚੇਜ਼ ਕੋਆਰਡੀਨੇਟਰ ਸੀ। ਔਰ ਪਹਿਲਾ ਹੀ ਬੱਚਾ ਮੈਂ ਸੀਗਾ ਜਿਹੜਾ ਮੈਂ ਸਿਲਵਰ ਮੈਡਲ ਲੈ ਕੇ ਆਇਆ ਸੀ ਨੈਸ਼ਨਲ ਸਪੋਰਟ ਗੇਮ ਟੇਬਲ ਟੈਨਿਸ ਦੇ ਵਿੱਚੋਂ। ਔਰ ਪਹਿਲਾ ਹੀ ਮੈਂ ਸੀਗਾ ਔਰ ਜਿਹੜੇ ਕਈ ਕੰਟਰੀਆਂ ਦੇ ਵਿੱਚ ਅਸੀਂ ਰਿਪਰੈਜ਼ੈਂਟ ਕੀਤਾ। ਔਰ ਪਹਿਲੇ ਹੀ ਮੈਂ ਸੀਗਾ ਕਿ ਮੀਥਰ ਪੰਜਾਬ ਦੇ ਵਿੱਚ ਪਹਿਲੀ ਜਿਹੜੀ ਮੇਰੀ ਸੀਗੀ ਮੈਂ ਲੈ ਕੇ ਆਇਆ। ਔਰ ਮੈਨੂੰ ਪਤਾ ਸੀਗਾ ਇਹ ਜਿਹੜਾ ਪ੍ਰੋਡਕਟ ਹੈਗਾ ਇਹ ਲੋਕਾਂ ਦਾ ਨੈਸੈਸਿਟੀ ਪ੍ਰੋਡਕਟ ਹੈ, ਜ਼ਰੂਰਤ ਹੈ। ਇਹ ਪ੍ਰੋਡਕਟ ਦਾ ਨਾਮ ਹੈ ਪੈਸਾ ਕਰੰਸੀ। ਹਰੇਕ ਕੰਮ ਦੇ ਖਾਸ ਨੂੰ ਚਾਹੀਦਾ। ਜਿਹੜਾ ਬੰਦਾ ਸਵੇਰੇ ਘਰੋਂ ਨਿਕਲਦਾ, ਚਾਹੇ ਉਹ ਪੈਸੇ ਕਮਾਉਣ ਲਈ ਨਿਕਲਦਾ ਹੈ, ਚਾਹੇ ਉਹ ਨੌਕਰੀ ਕਰਨ ਲਈ ਨਿਕਲਦਾ, ਚਾਹੇ ਉਹ ਨੌਕਰੀ ਲੱਭਣ ਲਈ ਨਿਕਲਦਾ, ਕਿਉਂਕਿ ਸਾਡਾ ਪ੍ਰੋਡਕਟ ਹੀ ਕਰੰਸੀ ਹੈ, ਪੈਸਾ ਹੈ। ਅਗਰ ਮੈਂ ਨਹੀਂ ਦਊਂਗਾ ਕੋਈ ਹੋਰ ਦੇ ਜਾਏਗਾ। ਇਸ ਕਰਕੇ ਬੈਟਰ ਜਿਹੜੀ ਅਪਰਚੂਨਿਟੀ ਹੈ ਮੈਂ ਇਹਨੂੰ ਕਿਉਂ ਵੇਲ ਨਾ ਕਰਾਂ, ਮੈਂ ਉਹਨੂੰ ਅਵੇਲ ਕੀਤਾ। ਹੁਣ ਕੀ ਹੋਇਆ, ਅਸੀਂ ਬਹੁਤ ਸਾਰੇ ਲੋਕਾਂ ਨੂੰ ਕਿਹਾ ਆ ਗੜੇ ਗਾਂਧੀ ਸਵੀਟ ਦੇ ਮਾਲਕ ਪਿੱਛੇ ਖੜੇ ਨੇਗੇ। ਮੇਰੇ ਘਰੇ 1.25 ਸਾਲ ਦੇ ਤੋਂ ਕਰਸੋਂ ਮੇਰੇ ਫੈਮਿਲੀ ਮੈਂਬਰ ਨੇ ਸਾਰੇ 1.25 ਸਾਲ ਤੋਂ ਰੈਨੋਵੇਸ਼ਨ ਚੱਲ ਰਹੀ ਸੀਗੀ। ਪਤਾ ਇਹਨਾਂ ਨੂੰ ਬੈਠੇ ਮੇਰੇ ਗੁਆਂਢੀ ਸਾਰੇ ਰੈਨੋਵੇਸ਼ਨ ਚੱਲਦੀ ਸੀ, ਮਿਸਤਰੀ ਲੱਗੇ ਹੋਏ ਸੀਗੇ। ਮੈਂ ਜਦੋਂ ਵੀ ਲੁਧਿਆਣੇ ਤੋਂ ਆਉਂਦਾ ਸੀ, ਜਦੋਂ ਵੀ ਮੀਟਿੰਗ ਕਰਕੇ ਆਉਂਦਾ ਸੀ, ਕਿਉਂਕਿ ਮੇਰਾ ਰਾਹ ਹੀ ਇਹੀ ਹੈ ਗੰਗਾ ਸ਼ਕਤੀ ਨਗਰ 1 ਨੰਬਰ ਗਲੀ ਤੇ ਇੱਥੋਂ ਹੀ ਜਾਣਾ ਤੇ ਮੈਂ ਇੱਥੋਂ ਹੀ ਆਉਣਾਗਾ। ਤੇ ਮੈਂ ਕੀ ਕਰਦਾ ਸੀ, ਇਹਨਾਂ ਕੋਲ ਰੁਕਦਾ ਸੀਗਾ ਤੇ ਮੈਂ ਤੋਂ ਇਹਨਾਂ ਤੋਂ ਜਲੇਬੀਆਂ ਜਿਹੜੇ ਸਾਡੀ ਲੇਬਰ ਲੱਗੀ ਹੁੰਦੀ ਸੀ ਉਹਨਾਂ ਨੂੰ ਕਹਿੰਦਾ ਵੀ ਚਾਹ ਚੋ ਬਣਾ ਲਓ। ਇਹਨਾਂ ਤੋਂ ਜੋ ਵੀ ਜਾਂ ਬਰਫੀ ਸ਼ਰਫੀ ਅਟਮ ਬਟਰ ਮਿੱਠੀ ਮੈਂ ਲੈ ਕੇ ਰਹਿੰਦਾ ਸੀ। ਔਰ ਬਾਰ-ਬਾਰ ਇਹਨਾਂ ਨੂੰ ਮੈਂ ਕਹਿੰਦਾ ਸੀ, ਕਾਰਡ ਵੀ ਦਿੱਤਾ ਇਹਨਾਂ ਨੂੰ ਮੈਂ, ਠੀਕ ਹੈ। ਮੈਂ ਸਿਰਫ ਉਸੇ ਬੰਦੇ ਨਾਲ ਗੱਲ ਕਰਦਾ ਜਿਹੜਾ ਬੰਦਾ ਮੇਰੇ ਨਾਲ ਗੱਲ ਕਰਦਾ, ਜਿਹੜਾ ਬੰਦਾ ਮੇਰੇ ਨਾਲ ਹੈਲੋ ਆਈ ਹੁੰਦੀ ਹੈ। ਮੈਂ ਦੂਜੇ ਕਿਸੇ ਨਾਲ ਗੱਲ ਨਹੀਂ ਕਰਦਾ, ਕਿਉਂਕਿ ਮੈਨੂੰ ਪਤਾ ਜਿਹੜਾ ਪ੍ਰੋਡਕਟ ਆ ਪੈਸਾ ਇਹਨਾਂ ਨੂੰ ਵੀ ਚਾਹੀਦਾ, ਮੈਨੂੰ ਵੀ ਚਾਹੀਦਾ, ਇਹਨਾਂ ਨੂੰ ਵੀ ਚਾਹੀਦਾ, ਬਹੁਤ ਜ਼ਿਆਦਾ ਚਾਹੀਦਾ ਹੈ। ਮੈਂ ਕਾਰਡ ਵੀ ਦਿੱਤਾ ਇਹਨਾਂ ਨੂੰ, ਗਰੁੱਪ 'ਚ ਮੈਸੇਜ ਵੀ ਪਾਉਂਦਾ ਰਿਹਾ, ਕਰਦਾ ਰਿਹਾ। ਚਲੋ ਠੀਕ ਹੈਗਾ, ਉਹ ਸਾਡੇ ਕੋਲ ਸਕਿਪ ਕਰ ਜਾਂਦੀ ਹੈ। ਜੇ ਸਾਡੇ ਪਰਿਵਾਰ ਦੇ ਜਦੋਂ ਜਿਸ ਤਰ੍ਹਾਂ ਤੇ ਨਹੀਂ ਲਿਖਿਆ ਉਹ ਕੁਛ ਨਾ ਕੁਛ ਸਾਡੇ ਮੂਹਰੇ ਆ ਜਾਂਦੀਆਂ ਨੇ, ਇਹਨਾਂ ਨੇ ਨਹੀਂ ਅਸਰ ਕੀਤਾ, ਕੋਈ ਗੱਲ ਨਹੀਂ। ਜਦੋਂ ਮੈਂ ਇਹ ਗੱਲ ਕਰਨ ਲੱਗਿਆ ਕਿ ਉਹ ਪੈਰਾਮੀਟਰ ਜਿਹੜੇ ਸਾਡੇ ਬਣ ਗਏ ਸੀ ਕਿਉਂ ਨਹੀਂ ਸੈੱਟ ਕੀਤਾ, ਅਸੀਂ ਸਭ ਤੋਂ ਪਹਿਲਾਂ ਉਹਨੂੰ ਸਕੀਮ ਸਮਝਦੇ ਹਾਂ। ਅਸੀਂ ਸਕੀਮ ਸਮਝਦੇ ਤਾਂ ਸਕੀਮ ਹੈ, ਅੱਛਾ ਉਹ ਕਰ ਲਓ, ਉਹ ਨਹੀਂ ਕਰਾਉਣ ਦੇ ਨਾਲ ਰੀਅਲਾਈਜ਼ ਕਰਦੇ ਹਾਂ। ਜਿਵੇਂ ਕਿ ਤੁਹਾਡੇ ਸਾਹਮਣੇ ਦੱਸਿਆ ਸੀਗਾ ਤਾਂ ਬਹੁਤ ਸਾਰੀਆਂ ਕੰਪਨੀ ਜਿਹੜੀਆਂ ਇਹਨੂੰ ਅਸੀਂ ਕਰਾਉਣ ਕਰਕੇ ਰੀਅਲਾਈਜ਼ ਕਰ ਜਾਂਦੇ ਹਾਂ। ਆ ਬੈਠੇ ਨੇ ਕਿ ਆਪਣੇ ਸਾਡੇ ਵੀਰ ਜੀ, ਵੱਡੇ ਵੀਰ ਜੀ ਸਾਡੇ ਆਏ ਨੇ, ਮਾਨ ਸਾਹਿਬ ਆਏ ਨੇ। ਇਹਨਾਂ ਦੇ ਬੇਟੇ ਵਕੀਲ ਨੇ, ਬਹੁਤ ਕਾਬਿਲ ਵਕੀਲ ਨੇ, ਬਹੁਤ ਹਾਈਲੀ ਪੜ੍ਹ ਕੇ ਆਏ ਨੇ। ਲੇਕਿਨ ਉਹਨਾਂ ਦੇ ਮਾਈਂਡ 'ਚ ਜਦੋਂ ਪਹਿਲੀ ਗੱਲ ਕੀਤੀ ਇਹੀ ਸਟਾਰਟ ਕੀਤੀ ਸੀ ਕਿ ਸਕੀਮ ਹੈ। ਦੋਸਤੋ ਸਕੀਮ ਨਹੀਂ ਹੈ, ਇਹ ਐਫੀਲੀਏਸ਼ਨ ਦਾ ਪ੍ਰੋਗਰਾਮ ਕੀ ਕੀਤਾ। ਜਿਹੜਾ ਕੰਮ ਬਿਟਕੋਇਨ ਨੇ ਨਹੀਂ ਕੀਤਾ, ਜਿਹੜਾ ਕੰਮ ਈਥਰ ਨੇ ਨਹੀਂ ਕੀਤਾ, ਜਿਹੜਾ ਦੁਨੀਆ ਦੀ ਕੋਈ ਹੋਰ ਕਰੰਸੀ ਨੇ ਕੀਤਾ, ਇਹਨੇ ਕਰਤਾ। ਇਹਨੇ ਕਿਉਂ ਕੀਤਾ? ਹੁਣ ਮੈਂ ਇੱਕ ਛੋਟੀ ਗੱਲ ਦੱਸਣ ਲੱਗਿਆ ਤੁਹਾਨੂੰ ਕਿਉਂ ਆਈ ਹੈ। ਕੰਪਨੀ ਕੋਲ ਬਹੁਤ ਪੈਸਾ, ਕੰਪਨੀ ਨੂੰ ਚਾਹੀਦਾ ਡਾਟਾ। ਡਾਟਾ ਕੀ ਹੁੰਦਾ? ਲੋਕ। ਗੂਗਲ, ਫੇਸਬੁੱਕ, WhatsApp, YouTube, Amazon ਇਹਨਾਂ ਕੋਲ ਕੀ ਹੈ? ਡਾਟਾ। ਲੋਕ 1 ਰੁਪਿਆ ਅਸੀਂ ਦਿੰਦੇ ਨਹੀਂ ਬੱਚਿਆਂ ਨੂੰ, ਔਰ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਨੇ ਇਹ। ਨਾ ਅਸੀਂ ਫੇਸਬੁੱਕ ਨੂੰ ਦਿੰਦੇ ਹਾਂ, ਨਾ WhatsApp ਨੂੰ ਦਿੰਦੇ, ਨਾ ਗੂਗਲ ਨੂੰ, ਕਿਸੇ ਨੂੰ ਨਹੀਂ ਦਿੰਦੇ। ਦੁਨੀਆ ਦੇ ਸਭ ਤੋਂ ਅਮੀਰ ਬੰਦੇ ਆ। ਔਰ ਬਰਨਾਲੇ ਦੇ ਵਿੱਚ ਤਾਂ ਛੱਡੋ, ਪੰਜਾਬ ਦੇ ਵਿੱਚ ਬੰਦਾ 8 ਤੋਂ 10 ਲੱਖ ਦੀ ਸ਼ਰਤਾਂ ਵੀ ਗੂਗਲ ਦਾ ਦਫ਼ਤਰ ਕਿੱਥੇ ਹੈ, ਫੇਸਬੁੱਕ ਦਾ ਕਿੱਥੇ ਹੈ? ਸਿਰਫ ਗੁੜਗਾਉਂ ਦੇ ਵਿੱਚ ਦਫ਼ਤਰ ਹੈ, ਕਿਤੇ ਦਫ਼ਤਰ ਨਹੀਂ ਇਹਨਾਂ ਦੇ। ਉਹੀ ਗੱਲ ਮੈਂ ਹਰ ਵਾਰ ਜੋੜਦਾ ਦੱਸਦਾ ਹੁੰਦਾ, ਆਮ ਆਦਮੀ ਪਾਰਟੀ ਨਾਲ ਡਾਟਾ ਜੁੜ ਗਿਆ ਇਸ ਵਾਰ। ਡਾਟਾ ਕਿਹਦੇ ਨਾਲ ਜੁੜ ਗਿਆ? 2 ਕਰੋੜ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਫਤਵਾ ਦਿੱਤਾ। ਭਗਵੰਤ ਮਾਨ ਦੇ 4 ਕਰੋੜ ਹੱਥ ਹੋ ਗਏ। ਅੱਜ ਉਹ ਪੰਜਾਬ ਦਾ ਬਾਦਸ਼ਾਹ ਬਣ ਗਿਆ, ਰਾਜਾ ਬਣ ਗਿਆ। ਔਰ ਇੱਥੋਂ ਵਾਲੇ ਡੀਸੀ ਐਸਐਸਪੀ ਦੀ ਔਕਾਤ ਨਹੀਂ, ਅਗਰ ਉੱਥੋਂ ਲੰਘਦਾ ਹੋਵੇ ਰੋਡ ਤੱਕ ਸਲੂਟ ਨਹੀਂ ਮਾਰਨਗੇ। ਅਗਰ ਚੰਨੀ ਸਿੱਧੂ ਨਾਲ ਜੁੜ ਜਾਂਦਾ ਕਾਂਗਰਸ ਵਾਲੇ, ਅਗਰ ਅਕਾਲੀਆਂ ਨਾਲ ਜੁੜ ਜਾਂਦਾ ਸੁਖਬੀਰ ਜੋ ਵੀ ਹੈ, ਠੀਕ ਹੈ। ਤੇ ਇਸ ਨੂੰ ਵੀ ਇਹਨੂੰ ਡਾਟਾ ਚਾਹੀਦਾ ਸੀਗਾ ਆਪਣੇ ਇਕੋਸਿਸਟਮ ਵਾਸਤੇ, ਆਪਣੇ ਕੁਆਇਨ ਵਾਸਤੇ, ਆਪਣੀ ਬਲੌਕਚੇਨ ਵਾਸਤੇ, ਆਪਣੀ ਐਕਸਚੇਂਜ ਵਾਸਤੇ, ਆਪਣੇ ਜਿਹੜੇ ਦੇ ਪ੍ਰੋਜੈਕਟ ਹੈਗੇ ਉਹਦੇ ਵਾਸਤੇ ਡਾਟਾ ਚਾਹੀਦਾ। ਉਹਨਾਂ ਵਾਸਤੇ ਇਹਨਾਂ ਨੇ ਐਫੀਲੀਏਸ਼ਨ ਪ੍ਰੋਗਰਾਮ ਨੂੰ ਸਭ ਤੋਂ ਬੈਟਰ ਸਮਝਿਆ। ਇਹਨਾਂ ਨੇ ਐਫੀਲੀਏਸ਼ਨ ਦੇ ਬ੍ਰਾਂਚ ਕੀਤਾ ਕਿ ਮੈਂ ਜਿਹੜੀ ਚੀਜ਼ ਤੁਹਾਨੂੰ ਦੇ ਰਿਹਾ ਤੁਸੀਂ ਇਹਨੂੰ ਅਗਰ ਰეკਮੈਂਡ ਕਰੋਗੇ। ਅਗਰ ਅਮਿਤਾਭ ਬੱਚਨ ਨੂੰ ਦੇ ਦਿੰਦੇ, ਡੀਐਕਸ ਜਿਹੜਾ ਹੈਗਾ ਅਮਿਤਾਭ ਬੱਚਨ ਬ੍ਰਾਂਡ ਐਂਬੈਸਡਰ ਬਣਿਆ ਨਾ, ਘੱਟੋ ਘੱਟ 10 ਕਰੋੜ ਰੁਪਏ ਲੈ ਰਿਹਾ ਹੈਗਾ। ਅਗਰ ਸਲਮਾਨ ਖਾਨ ਨੂੰ ਕਹਿੰਦੇ ਉਹਨੇ 2000 ਘੰਟ ਬੋਲਣਾ ਸੀਗਾ ਤੇ ਉਹਨਾਂ ਨੂੰ ਤਾਂ ਕਰੋੜਾਂ ਰੁਪਏ ਦੇਣਾ ਸੀ। ਉਹੀ ਕਰੋ ਜਿਹੜਾ ਹੈਗਾ ਉਹਨਾਂ ਨੇ ਸਾਨੂੰ ਦੇਤਾ ਕਿ ਤੁਸੀਂ ਇਹਦੀ ਐਡ ਕਰ ਦਿਓ, ਤੁਸੀਂ ਮੇਰੇ ਲਈ ਡਾਟਾ ਲੈ ਕੇ ਆ ਜਾਓ। ਦੋਸਤੋ ਮਿੱਤਰ ਨਕਸਰ ਆਈ ਦੀ ਜਿੰਨੀ ਨੈਟ ਵਰਥ ਹੈ ਨਾ, ਉਨੀ ਪਾਕਿਸਤਾਨ ਦੀ ਜੀਡੀਪੀ ਨਹੀਂ ਹੈ। ਪਾਕਿਸਤਾਨ ਦੀ ਜੀਡੀਪੀ ਲੋਕਾਂ ਨੇ ਬਾਹਰ ਚੱਕਾ ਖੋਲਦੀਆਂ ਨੇ ਗਿਆ। ਸਾਡੇ ਨਾਲ ਇੱਕ ਵਕੀਲ ਨੇ ਸੋਹੇਲ ਸਦੀਕੀ ਔਰੰਗਾਬਾਦ ਤੋਂ, ਬੰਬੇ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਆ। 55 ਤੋਂ ਉੱਪਰ ਉਹਨਾਂ ਕੋਲ ਵਕੀਲ ਨੇ, ਜਿਨ੍ਹਾਂ ਚੋਂ ਇਨਕਮ ਟੈਕਸ ਐਕਸਪਰਟ, ਐਕਸਾਈਜ਼ ਐਂਡ ਟੈਕਸੇਸ਼ਨ ਐਕਸਪਰਟ, ਆਪਣਾ ਸੇਲ ਟੈਕਸ ਐਕਸਪਰਟ, ਕ੍ਰਿਪਟੋ ਐਕਸਪਰਟ। ਔਰ ਉਹ ਬੰਦੇ ਨੇ ਸਭ ਤੋਂ ਪਹਿਲਾ ਪੈਕੇਜ ਲੈਤਾ ਹਿੰਦੁਸਤਾਨ ਦੇ ਵਿੱਚ $1 ਲੱਖ ਵਾਲਾ। ਹੁਣ ਤਾਂ ਮੈਂ ਵੀ ਲੈਤਾ, ਮੇਰੇ ਕੋਲ ਵੀ ਕਾਫੀ ਨੇ। ਉਦੋਂ ਇੱਕੋ ਪੈਕੇਜ ਬਣਿਆ ਸੀ, 5 ਪੈਕੇਜ ਕੱਢੇ ਸੀ ਕੰਪਨੀ ਨੇ। ਤੇ ਸਭ ਤੋਂ ਪਹਿਲਾਂ ਉਸ ਵਕੀਲ ਨੇ ਕਿਉਂ ਖਰੀਦ ਕੇ ਲੈਤਾ ਬਾਈ ਕੀਤਾ? ਕਿਉਂਕਿ ਜਿੱਦਾਂ ਇਹਨਾਂ ਨੇ ਕਿਹਾ ਸੀ ਕਿ ਉਹਨੇ ਵਾਈਟ ਪੇਪਰ ਨੂੰ ਪੜ੍ਹਿਆ ਸੀ ਬਹੁਤ ਚੰਗੀ ਤਰ੍ਹਾਂ, ਉਹਨੇ ਬਹੁਤ ਸਮਝ ਲਿਆ ਸੀ ਕਿ ਇਹ ਕੋਈ ਸਕੀਮ ਨਹੀਂ ਹੈ, ਇਹ ਬਹੁਤ ਵੱਡਾ ਰੈਵੋਲੂਸ਼ਨ ਹੈ।
ਉਹਨੇ ਸਭ ਤੋਂ ਪਹਿਲਾਂ 5 ਪੈਕ ਕੱਢੇ ਸੀ ਕੰਪਨੀ ਨੇ, ਉਹਨੇ ਖਰੀਦ ਲਿਆ ਤੇ ਬਾਕੀ 4 ਜਿਹੜੇ ਸੀ ਆਪਣੀ ਟੀਮ ਨੇ ਲੈ ਲਏ। ਇੱਕ ਐਗਜ਼ਾਮਪਲ ਵੀ ਹੋਰ ਦੱਸਦਾ, ਮੈਂ ਜ਼ਮੀਨ ਲੈਤੀ ਹੈ 11.5 ਕਿੱਲੇ ਬਰਮਾਲੀਪੁਰ ਦਰਾਹੇ ਦੇ ਨਾਲ। 11.5 ਕਿੱਲੇ ਜਿਹੜੀ ਜ਼ਮੀਨ ਲੈਤੀ ਸੀ, ਉਹਨਾਂ ਦੀ ਜਿਹੜੀ ਜਿਵੇਂ ਧਾਲੀਵਾਲ ਸਾਹਿਬ ਨੇ ਦੱਸਿਆ ਸੀ ਕਿ ਜਿਹੜੀ ਮੇਰੀ ਡਾਟਰ ਇਨ ਲਾ ਗਈ, ਉਹਨੂੰ ਨੌਲੇਜ ਸੀਗੀ ਕ੍ਰਿਪਟੋ ਦੀ। ਅਸੀਂ ਜਦੋਂ ਉਹਨਾਂ ਦੀ ਪੇਮੈਂਟ ਲੈਣ ਗਏ, ਉੱਥੇ ਪੇਮੈਂਟ ਦੇਣ ਗਏ, 3 ਕਰੋੜ 27 ਲੱਖ ਦੇ 3 ਕਰੋੜ 27 ਲੱਖ ਦੇ ਆਸ-ਪਾਸ ਦੀ ਪੇਮੈਂਟ ਸੀਗੀ। ਮੈਂ ਤੁਹਾਨੂੰ ਵੀ ਗੱਲ ਦੱਸੀ ਸੀਗੀ। ਅਸੀਂ ਉਹਦੇ ਕੀ ਕੀਤਾ, ਉਹਨਾਂ ਨੇ ਪੇਮੈਂਟ ਅਸੀਂ ਮਸ਼ੀਨ ਨਾਲ ਹੀ ਲੈ ਕੇ ਗਏ, ਅਸੀਂ ਗਿਣੀ ਸਾਰੀ 3 ਕਰੋੜ 27 ਲੱਖ ਪੇਮੈਂਟ ਗਿਣੀ ਕਰੀ। ਹਾਲਾਂਕਿ ਮੈਂ ਲੈਣਾ ਵੀ ਨਹੀਂ ਚਾਹੁੰਦਾ ਸੀ, ਸਿਰਫ ਇੱਕ ਕਿਸੇ ਬੰਦੇ ਦੀ ਅਣਬਣ ਨਹੀਂ ਸੀਗੀ, ਕਿਉਂਕਿ ਮੈਨੂੰ ਕੀ ਲੋੜ ਹੈ, ਮੈਂ 3 ਕਰੋੜ 27 ਲੱਖ ਇੱਥੇ ਰੱਖਦਾ, ਉਹਨੂੰ ਘੱਟੋ ਘੱਟੋ ਮੇਰਾ ਜਿਹੜਾ ਹੈਗਾ ਸੀ 30-35 ਕਰੋੜ ਬਣ ਜਾਣਾ ਸੀਗਾ। ਮੈਨੂੰ ਤਾਂ ਪਤਾ ਸੀ ਨਾ, ਕਿਉਂਕਿ 5 ਟਾਈਮ ਮਿਲਦਾ ਹੈ। ਅਗਰ ਮੈਂ $1 ਲੱਖ ਦੇ ਲੈਣਾ ਤਾਂ 5 ਲੱਖ ਪੈਕੇਜ ਮਿਲਦਾ ਨਾ, 1 ਲੱਖ ਦੇ 5 ਲੱਖ ਜਿਹੜਾ ਪੈਕੇਜ ਮਿਲ ਰਿਹਾ ਹੈਗਾ, ਜਿਹੜਾ ਅੱਜ ਵੀ ਹੁਣ 2 ਦਿਨ ਹੀ ਐਕਸਟੈਂਡ ਹੋਇਆ ਹੈਗਾ। ਤੇ ਮੈਨੂੰ ਤਾਂ ਮੰਨ ਕੇ ਚਲੋ, ਜੇ ਮੈਂ 3 ਕਰੋੜ ਲਾਉਣਾ ਜਾਂ 4 ਕਰੋੜ ਵੀ ਲਾਉਂਦਾ ਸੀਗਾ, ਤੇ ਉਹਦਾ 5% ਜਿਹੜਾ ਕਿ ਨਾਲ ਦੀ ਨਾਲ ਮਿਲ ਜਾਣਾ ਸੀਗਾ, ਪਹਿਲੇ ਦਿਨ ਹੀ ਮਿਲ ਜਾਣਾ ਸੀਗਾ। ਚਲੋ ਮੈਂ ਜ਼ਮੀਨ ਲੈਤੀ, ਉਹਨਾਂ ਦੀ ਜਿਹੜੀ ਬੇਟੀ ਸੀਗੀ ਨਾ ਡਾਟਰ ਇਨ ਲਾ, ਉਹ ਟੈਕਸਾਸ ਦੇ ਵਿੱਚ, ਅਮਰੀਕਾ ਦੇ ਵਿੱਚ ਵਾਲਮਾਰਟ ਦੇ ਸੀਨੀਅਰ ਮੈਨੇਜਰ ਸੀ। ਉਹਦਾ ਫੋਨ ਆ ਗਿਆ, ਉਹ ਕਹਿੰਦੇ ਉਹ ਆਏ ਹੋਏ ਨੇ ਜਿਨ੍ਹਾਂ ਨੂੰ ਆਪਾਂ ਜ਼ਮੀਨ ਦਿੱਤੀ ਹੈਗੀ ਹੈ, ਕਹਿੰਦੇ ਗੱਲ ਕਰਨੀ ਹੈ। ਉਹ ਲੜਕੀ ਕਹਿੰਦੀ ਗੱਲ ਕਰਾ ਲਓ, ਗੁੱਡ ਲੱਕ ਉਹਦਾ। ਨਹੀਂ ਆਪਾਂ ਕਿਦੋਂ ਗੱਲ ਕਰਦੇ ਆ ਨਾ, ਕਿਸੇ ਨੂੰ ਵੀ ਆਪਾਂ ਕੀ ਲੈਣਾ ਕਰਨਾ। ਉਹ ਲੜਕੀ ਨੇ ਗੱਲ ਕੀਤੀ, ਹਲਵਾਈ ਹੋਈ, ਤੇ ਮੈਂ ਕਿਹਾ ਜੀ ਤੁਸੀਂ ਕਿੱਥੇ, ਕਹਿੰਦੇ ਅਮਰੀਕਾ ਦੇ ਵਿੱਚ ਟੈਕਸਾਸ। ਮੈਂ ਕਿਹਾ ਕਿ ਤੁਸੀਂ ਕੀ ਕਰਦੇ ਹੋ, ਕਰਦੇ ਗੱਲਬਾਤ ਉਹਨੇ ਪੁੱਛੀ। ਮੈਂ ਕਿਹਾ ਅਸੀਂ ਕ੍ਰਿਪਟੋ ਚ। ਉਹ ਕਹਿੰਦੀ ਵਾਓ ਦੈਟਸ ਗ੍ਰੇਟ। ਮੈਂ ਕਿਹਾ ਯੂ ਨੋ ਅਬਾਊਟ ਕਰੰਸੀ ਕ੍ਰਿਪਟੋ, ਕਹਿੰਦੀ ਵਾਈ ਨਾਟ। ਸਾਡੇ ਤਾਂ ਕਹਿੰਦੇ ਇੱਥੇ ਏਟੀਐਮ ਲੱਗੇ ਹੋਏ ਹੈਗੇ, ਸਾਡੇ ਤਾਂ ਡੀਲਿੰਗ ਸਾਡੀ ਜਿਹੜੀ ਵਾਲਮਾਰਟ ਜਿਹੜੀ ਪੇ ਕਰਦੇ ਆ ਲੋਕ, ਕਹਿੰਦੇ ਉਹ ਚ ਕਰਦੇ ਹੈਗੇ, ਅਸੈਪਟ ਕਰਦੇ ਹੈਗੇ। ਇੱਥੇ ਵੀ ਸਾਨੂੰ ਅਸੈਪਟ ਕਰਨੀ ਪੈਣੀ ਹੈ, ਉਹ ਬਾਅਦ ਚ ਆਨੇ ਆਪਾਂ। ਉਹ ਕਹਿੰਦੀ ਅਸੀਂ ਵਾਲਮਾਰਟ ਦੇ ਵਿੱਚ ਸਾਨੂੰ ਕਰੰਸੀ ਕ੍ਰਿਪਟੋ ਜੋ ਮਰਜ਼ੀ ਦਿਓ, ਉਸ ਤੋਂ ਸਮਾਨ ਲੈ ਜਾਓ। ਤੇ ਮੈਨੂੰ ਕਹਿੰਦੀ ਤੁਹਾਡਾ ਪੁਆਇੰਟ ਕਿਹੜਾ? ਮੈਂ ਕਿਹਾ ਸਾਡਾ ਪੁਆਇੰਟ ਇਹ ਹੈਗਾ। ਤੇ ਮੈਂ ਕਿਹਾ ਤੁਹਾਡਾ WhatsApp ਨੰਬਰ, ਮੈਨੂੰ ਕਹਿੰਦੀ ਆ ਨੰਬਰ ਹੈਗਾ। ਮੈਂ ਉਹਨੂੰ ਆਪਣਾ ਸਭ ਕੁਝ ਭੇਜਦਾ, ਵਾਈਟ ਪੇਪਰ ਭੇਜਦਾ, ਸਾਰੀਆਂ ਚੀਜ਼ਾਂ ਭੇਜਦੀਆਂ। ਚਲੋ ਉਸ ਤੋਂ ਬਾਅਦ ਕੀ ਹੋਇਆ, ਪੇਮੈਂਟ ਮੈਂ ਦਿੱਤੀ ਕਰੀ, ਸਾਰੀ ਦੇਣ ਤੋਂ ਬਾਅਦ ਹੋ ਗਿਆ, ਗੱਲਬਾਤ ਹੋ ਗਈ। ਤੇ ਤੁਹਾਨੂੰ ਪਤਾ ਹੀ ਹੈ ਫਿਰ ਆਪਣਾ ਸੁਭਾਅ ਸ਼ਾਮ ਵਾਲਾ ਜਿਹੜਾ ਉਹ ਕਹਿੰਦਾ ਨਹੀਂ ਜੀ ਜਾਣ ਨਹੀਂ ਦੇਣੇ, ਮੈਂ ਇਦਾਂ ਹੀ। ਅਸੀਂ ਵੀ ਫ੍ਰੀ ਹੋ ਗਏ, ਹੁਣ ਕਿਹੜਾ ਕੈਸ਼ ਆਪਣੇ ਕੋਲੇ, ਵਿਰਾਜ ਕੋਲੇ ਟੱਟੂਗਾ ਪੈਸਾ ਇਹਨਾਂ ਨੂੰ ਫੜਾ ਦੇ ਵੀ ਹੁਣ ਨਾ ਹੀ ਲੈਣੇ ਆ। ਪਹਿਲਾਂ ਅਸੀਂ ਡਰਦੇ ਡਰਦੇ ਆਏ ਸੀਗੇ। ਚਲੋ ਜੀ ਬੈਠ ਗਏ ਅਸੀਂ। ਬੈਠੇ ਬੈਠੇ ਕੀ ਹੋਇਆ, ਅਪਰੋਕਸੀਮੇਟਲੀ 1 ਘੰਟਾ ਮੈਨੂੰ ਤਾਂ ਹੋਇਆ ਨਹੀਂ ਹੋਣਾ, ਉਸ ਕੁੜੀ ਦਾ ਨੂੰਹ ਦਾ ਦੁਬਾਰਾ ਫੋਨ ਆਇਆ ਉੱਥੋਂ। ਉਹ ਕਹਿੰਦੀ ਜਿਹਨਾਂ ਨੇ ਆਏ ਸੀ ਉਹ ਹੈਗੇ ਕਿ ਚਲੇ ਗਏ? ਉਹ ਕਹਿੰਦੇ ਬੈਠੇ ਆ। ਉਹ ਆਦੇ ਸਹੁਰੇ ਨੂੰ ਕਹਿੰਦੀ, ਢਿੱਲੋਂ ਨੇ ਉਹ ਕਹਿੰਦੀ ਸਹੁਰੇ ਨੂੰ ਕਹਿੰਦੀ ਆਪਣੀ, ਕਹਿੰਦੀ ਡੈਡੀ ਇਹਨਾਂ ਨੂੰ ਸਾਰੀ ਪੇਮੈਂਟ ਵਾਪਸ ਕਰ ਦਿਓ, ਇਹਨਾਂ ਤੋਂ ਕੁਆਇਨ ਲੈ ਲਓ। ਉਹ ਵੀ ਹੈਰਾਨ, ਕੁੜੀ ਦਾ ਦਿਮਾਗ ਪਾਗਲ ਹੋ ਗਿਆ, ਕਿੱਦਾਂ ਦੀ ਗੱਲਾਂ ਕਰੀ ਜਾਂਦੀਆਂ। ਆਪਣੇ ਕੋਲ ਤਾਂ ਜਿੰਨੀ ਜ਼ਮੀਨ ਸੀ ਸਾਰੀ ਦੇ ਦਿੱਤੀ, ਤੂੰ ਪੈਸੇ ਵੀ ਕਿਹਨਾਂ ਨੂੰ ਦੇਦੇ ਕਰਦੇ। ਕਹਿੰਦੀ ਨਹੀਂ ਇਹਨਾਂ ਤੋਂ ਕੁਆਇਨ ਲਓ, ਇਹਨਾਂ ਦਾ ਉਹ ਕਰਕੇ ਜਿਹੜਾ ਹੈਗਾ। ਤੇ ਜਦੋਂ ਉਹਨੇ ਮੈਨੂੰ ਗੱਲ ਕੀਤੀ, ਮੈਂ ਵੀ ਉਹ ਕਰੀ ਜਾਵਾਂ। ਮੈਂ ਕਿਹਾ ਕੋਈ ਗੱਲ ਨਹੀਂ, ਥੋੜੇ ਤਾਂ ਸੀ ਨਾ ਸਾਡੇ ਕੋਲ ਕੁਆਇਨ ਸੀ ਨੇ, ਸਾਡੇ ਕੋਲ ਪਾਉਣੇ ਪੈਣੇ ਸੀ। ਮੈਂ ਕਿਹਾ ਥੋੜੇ ਰੁਪਏ ਦੇ ਦੇਣਾ, ਕੋਈ ਗੱਲ ਨਹੀਂ ਬਾਅਦ ਚ ਕਰਕੇ ਮੈਂ ਕਰ ਕਰਾਂਗੇ ਕਿਵੇਂ ਨਾ ਜੀ। ਉਹਨਾਂ ਦੀ ਮੈਂ ਐਡਜਸਟਮੈਂਟ ਕਰਤੀ। ਔਰ ਦੋਸਤੋ ਅੱਜ ਜਿਹੜਾ ਉਹਨਾਂ ਦਾ ਜਿਹੜੀ ਉਹਨਾਂ ਦੀ ਪੇਮੈਂਟ ਹੈਗੀ ਹੈ, ਅਪਰੋਕਸੀਮੇਟਲੀ ਜਿਹੜੇ ਹੈਗੇ ਆ ਪੌਣੇ 2 ਸਾਲ ਦੇ ਆਸ-ਪਾਸ ਦਾ ਹੋਣ ਵਾਲੀ ਹੋਣੀ ਹੈ, 1.5 ਸਾਲ ਉਹ ਤੋਂ ਪਲੱਸ ਹੋ ਗਿਆ। ਉਹਨਾਂ ਦੀ ਜਿਹੜਾ 3 ਕਰੋੜ 27 ਲੱਖ ਕਹਿਣ ਦਾ ਮਤਲਬ ਹੈ ਅੱਜ ਉਹਨਾਂ ਦਾ 21 ਕਰੋੜ ਤੋਂ ਜ਼ਿਆਦਾ ਬਣਿਆ ਪਿਆ। ਜਦੋਂ ਆਪਾਂ ਬਿਸ਼ਰਾਬਾਦ ਕਾਂਸ਼ਿਪ ਕਿਹੜੇ ਤੇ ਜਾਂਦੇ ਆ, ਜਦੋਂ ਆਪਾਂ ਜਿਮ ਕਾਰਪੈਂਟ ਨੂੰ ਜਾਂਦੇ ਆ ਤਾਂ ਇੱਕ ਸ਼ਹਿਰ ਆਉਂਦਾ ਆਪਣਾ ਵਜ਼ੀਰਾਬਾਦ, ਪਤਾ ਨਹੀਂ ਕੀ ਨਾਮ ਉਹਦਾ, ਵਜ਼ੀਰਾਬਾਦ